ਪੰਜਾਬ ਦੇ ਵਿੱਚ ਕਲੋਨੀਆਂ ਦੀ ਨਵੀਂ ਉਸਾਰੀ ਨੂੰ ਲੈ ਕੇ ਅੱਜ ਅਰਬਨ ਡਿਵੈਲਪਮੈਂਟ ਮਿਨਿਸਟਰ ਅਮਨ ਅਰੋੜਾ ਦੇ ਵੱਲੋਂ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਹੁਤ ਜਲਦ ਪੰਜਾਬ ਵੀ ਨਵੀਂ ਕਲੋਨੀਆਂ ਦੇ ਵਸੇਵੇਂ ਨੂੰ ਲੈ ਕੇ ਇੱਕ ਪਾਲਿਸੀ ਲੈ ਕੇ ਆ ਰਹੀ ਹੈ, ਜਿਸ ਦੇ ਵਿੱਚ ਇੱਕ ਨੰਬਰ ਦੇ ਵਿੱਚ ਕਲੋਨੀ ਦਾ ਸਾਰਾ ਜਿਹੜਾ ਕੰਮ ਹੈ ਉਹ ਕਿਸ ਤਰ੍ਹਾਂ ਕੀਤਾ ਜਾਣਾ, ਇਸ ਨੂੰ ਲੈ ਕੇ ਵੀ ਜਿਹੜੀ ਗੱਲ ਹੋਈ ਹੈ। ਹੋਰ ਤਾਂ ਹੋਰ ਜਿਹੜੇ ਕਲੋਨਾਈਜ਼ਰਸ ਨੇ ਜਿਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐਨਓਸੀ ਵਗੈਰਾ ਨੂੰ ਲੈ ਕੇ, ਉਸ ਦੇ ਬਾਬਤ ਵੀ ਗੱਲ ਹੋਈ ਹੈ। ਨਾਲ ਹੀ ਨਾਲ ਸਰਕਲ ਰੇਟ ਨੂੰ ਲੈ ਕੇ ਵੀ ਜਿਹੜੀ ਗੱਲ ਹੋਈ ਹੈ ਤੇ ਇਸ ਦੇ ਨਾਲ ਉਹ ਜਿਹੜਾ ਹੈ ਸੀਐਮ ਮਾਨ ਦੇ ਨਾਲ बहुत जल्द मीटिंग करेंगे। की कुछ कहा अमन अरोड़ा ने, तुसीं भी सुन लवो। देखो अज एक मीटिंग हुई है जिस दे विच रेवन्यू डिपार्टमेंट दे सीनियर ऑफिसर साहबान सीगे और पंजाब दे कुछ कॉलोनाइजर्स और उन्होंने एसोसीएशन दे साथी सीगे। दो तीन इशू सीगे जिहड़े रजिस्ट्रियां रुकियां पईयां ने, एक तां जिहड़े एनओसीज़ दी वजह करके और एक जिहड़े कोई कलैक्टरेट्स दा इशू सीगा ਉਹਦੇ ਬਾਰੇ डिटेल ਦੇ ਵਿੱਚ डिस्कशन है ਜਿਹੜੀ ਉਹ ਹੋਈ ਹੈ और बड़ी जल्दी ही क्योंकि ये सारी प्रॉब्लम इस करके आई है पंजाब ਦੇ ਵਿੱਚ क्योंकि पिछले समय ਦੇ ਵਿੱਚ लंबा ਸਮਾਂ पिछलियां सरकारां ने ਜਿਹੜੇ ऑथोराइज्ड ਕਲੋਨੀਆਂ ਸੀਗੀਆਂ ਇੱਕ ਨੰਬਰ ਦਾ ਕੰਮ ਕਰਨ ਵਾਲੇ ਇੱਕ ਨੰਬਰ ਦੀ ਸਾਫ ਸੁਥਰੀ ਡਿਵੈਲਪਮੈਂਟ ਕਰਨ ਵਾਲੇ ਜਿਹੜੇ ਕਲੋਨਾਈਜ਼ਰ ਸੀਗੇ, ਸਰਕਾਰ ਨੇ ਉਹਨਾਂ ਨੂੰ ਸਨੱਬ ਕੀਤਾ ਤੇ ਉਹਨਾਂ ਨੂੰ ਧੱਕਿਆ ਗਿਆ ਅਨਆਥੋਰਾਈਜ਼ਡ ਇਲੀਗਲ ਕਲੋਨੀਆਂ ਦੇ ਵੱਲ, ਕਿਉਂਕਿ ਸਮੇਂ ਦੀਆਂ ਸਰਕਾਰਾਂ ਦੇ ਲੀਡਰ ਸਿਆਸੀ ਲੋਕ ਉਹਨਾਂ ਦੇ ਆਪਣੇ ਇੰਟਰਸਟ ਨੇ ਜਿਹੜੇ ਉਹ ਇਸ ਧੰਦੇ ਦੇ ਵਿੱਚ ਬਣ ਚੁੱਕੇ ਸੀਗੇ, ਜਿਹਦੀ ਵਜ੍ਹਾ ਕਰਕੇ ਅੱਜ ਹਾਲਾਤ ਇਹ ਬਣੇ ਪਏ ਨੇ ਪੰਜਾਬ ਦੇ ਵਿੱਚ ਕਿ 14,000 ਅਨਆਥੋਰਾਈਜ਼ਡ ਕਲੋਨੀਜ਼ ਨੇ ਜਿਹੜੀਆਂ ਉਹ ਬਣ ਗਈਆਂ। ਇੱਕ ਕੰਕਰੀਟ ਅਨਰੈਗੂਲੇਟਡ ਜੰਗਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਖੜਾ ਹੋ ਗਿਆ। ਕਈ ਜਗ੍ਹਾ ਤੇ ਤਾਂ ਇਹੋ ਜਿਹਾ ਵੀ ਦੇਖਣ ਨੂੰ ਮਿਲਿਆ ਕਿ ਜਿੱਥੇ ਕਿਤੇ ਕੋਈ ਫਾਇਰ ਟ੍ਰੈਜਡੀ ਉੱਥੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਹੈਗੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਡਿਟੇਲਡ ਡਿਸਕਸ਼ਨ ਹੈ ਜਿਹੜੀ ਉਹ ਪਹਿਲਾਂ ਵੀ ਸੀਐਮ ਸਾਹਿਬ ਦੇ ਆਦੇਸ਼ਾਂ ਮੁਤਾਬਕ ਪਹਿਲਾਂ ਵੀ ਸਾਡੇ ਤਿੰਨੇ ਡਿਪਾਰਟਮੈਂਟ, ਸਾਡਾ ਹਾਊਸਿੰਗ ਦਾ ਡਿਪਾਰਟਮੈਂਟ, ਲੋਕਲ ਗਵਰਨਮੈਂਟ ਔਰ ਰੈਵਨਿਊ, ਉਹਦੇ ਉੱਪਰ ਡਿਟੇਲ ਡੈਲੀਬਰੇਸ਼ਨ ਜਿਹੜੀਆਂ ਉਹ ਕਰ ਚੁੱਕੇ ਨੇ। ਸੀਐਮ ਸਾਹਿਬ ਔਰ ਪੰਜਾਬ ਸਰਕਾਰ ਬੜੀ ਚਿੰਤਿਤ ਹੈ ਇਸ ਮਸਲੇ ਨੂੰ ਲੈ ਕੇ, ਕਿਉਂਕਿ ਇੰਨਾ ਕੁ ਮੈਸਅਪ ਔਰ ਇੰਨਾ ਕੁ ਗੁੰਝਲਦਾਰ ਪਿਛਲੇ ਸਮੇਂ ਦੇ ਵਿੱਚ ਸਿਆਸੀ ਲੀਡਰਾਂ ਨੇ ਕਰ ਦਿੱਤਾ ਕਿ ਉਹਨਾਂ ਨੂੰ, ਔਰ ਫਿਰ ਉਸ ਤੋਂ ਇਲਾਵਾ ਟੂ ਐਡ ਟੂ ਇਟ ਜਿਹੜੇ ਹਾਈ ਕੋਰਟ ਦੀਆਂ ਵੀ ਡਾਇਰੈਕਸ਼ਨਸ ਆਈਆਂ, ਜਿਹਦੀ ਵਜ੍ਹਾ ਕਰਕੇ ਇਹ ਜਿਹੜਾ ਰਜਿਸਟਰੀਆਂ ਦਾ ਕੰਮ ਸੀਗਾ ਉਹ ਰੁਕਿਆ, ਕਿਉਂਕਿ ਜੋ ਪਿਛਲੇ ਸਮੇਂ ਦੇ ਵਿੱਚ ਪਾਲਿਸੀਜ਼ ਆਈਆਂ ਉਹ ਸਿੱਧਾ ਪਾਪਰਾ ਐਕਟ 1995 ਦਾ ਉਹਦਾ ਸਿੱਧਾ ਉਲੰਘਣਾ ਸੀਗਾ, ਜਿਹਦੀ ਵਜ੍ਹਾ ਕਰਕੇ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਜੀ ਦੀ ਸਰਕਾਰ ਨੂੰ ਮਜਬੂਰਨ ਇਹ ਜਿਹੜਾ ਫੈਸਲਾ ਲੈਣਾ ਪਿਆ, ਜਿਹਦੀ ਵਜ੍ਹਾ ਕਰਕੇ ਅੱਜ ਜਿਹੜਾ ਐਨਓਸੀਜ਼ ਦਾ ਰਜਿਸਟਰੀ ਦਾ ਕੰਮ ਹੈ ਜਿਹੜਾ ਉਹ ਰੁਕਿਆ। ਪਰ ਬੜੀ ਜਲਦੀ ਹੀ ਮਾਨ ਸਾਹਿਬ ਦੇ ਆਦੇਸ਼ਾਂ ਮੁਤਾਬਕ ਬੜੀ ਜਲਦੀ ਹੀ ਇੱਕ ਕੰਪਰੀਹੈਂਸਿਵ ਪਾਲਿਸੀ ਹੈ ਜਿਹੜੀ ਉਹ ਸਰਕਾਰ ਲੈ ਕੇ ਆਏਗੀ, ਜਿਹਦੇ ਤਹਿਤ ਇਲੀਗਲ ਅਨਆਥੋਰਾਈਜ਼ਡ ਕਲੋਨੀਆਂ ਜਿਹੜੀਆਂ ਉਹਨਾਂ ਨੂੰ ਅੱਗੇ ਵਾਸਤੇ ਪੰਜਾਬ ਦੇ ਵਿੱਚ ਡਿਵੈਲਪ ਨਹੀਂ ਹੋਣ ਦਿੱਤਾ ਜਾਊਗਾ। ਆਥੋਰਾਈਜ਼ਡ ਕਲੋਨੀਆਂ ਨੂੰ ਇਸ ਤਰੀਕੇ ਦੇ ਨਾਲ ਫੈਸਿਲਿਟੇਟ ਕੀਤਾ ਜਾਊਗਾ, ਇਸ ਤਰੀਕੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ, ਮਦਦ ਕੀਤੀ ਜਾਊਗੀ, ਉਹਨਾਂ ਦਾ ਸਿਸਟਮ ਇਹਨਾਂ ਟਰਾਂਸਪੇਰੈਂਟ ਤੇ ਸੁਖਾਲਾ ਕੀਤਾ ਜਾਊਗਾ ਤਾਂ ਕਿ ਉਹਨਾਂ ਨੂੰ ਘਰ ਬੈਠੇ ਨੂੰ ਸਾਰੀਆਂ ਪਰਮਿਸ਼ਨਸ ਮਿਲਣ ਤੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ ਅਰਬਨ ਡਿਵੈਲਪਮੈਂਟ ਜਿਹੜੀ ਉਹ ਹੋਵੇ। ਇੱਕ ਇਹ, ਔਰ ਦੂਸਰਾ ਜਿਹੜਾ ਕੁਝ ਸਾਡੇ ਸਾਥੀ ਆਏ ਸੀਗੇ ਜਿਨ੍ਹਾਂ ਨੇ ਸਰਕਲ ਰੇਟ ਨੇ ਜਿਹੜੇ ਉਹਨਾਂ ਦੀ ਗੱਲ ਕੀਤੀ ਹੈ, ਉਹਦੇ ਬਾਰੇ ਉਹਨਾਂ ਦੀ ਗੱਲ ਹੈ ਜਿਹੜੀ ਉਹ ਅਸੀਂ ਸੁਣ ਲਈ ਹੈ ਤੇ ਸੀਐਮ ਸਾਹਿਬ ਨਾਲ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ, ਵੈਸੇ ਕੰਮ ਉਹ ਰੈਵਨਿਊ ਡਿਪਾਰਟਮੈਂਟ ਦਾ ਤੇ ਉਹਨਾਂ ਨਾਲ ਗੱਲਬਾਤ ਕਰਕੇ ਸੀਐਮ ਸਾਹਿਬ ਦੇ ਨਾਲ ਉਹਦੇ ਬਾਰੇ ਵੀ ਜਲਦੀ ਫੈਸਲਾ ਜਿਹੜਾ ਉਹ ਲਿਆ ਜਾਏਗਾ। ਇਹ ਜਿਹੜਾ ਇਸ਼ੂ ਹੈ ਇਹ ਬੇਸਿਕਲੀ ਡਿਪਟੀ ਕਮਿਸ਼ਨਰਸ ਦਾ ਕਲੈਕਟਰ ਤੱਕ ਹੁੰਦਾ ਹੈ, ਪਰ ਇਹ ਵੀ ਜਿਹੜਾ ਉਹਨਾਂ ਦੀ ਕੋਈ ਪ੍ਰੋਬਲਮ ਆਈ ਹੈ ਇਹਦੇ ਬਾਰੇ ਸੀਐਮ ਸਾਹਿਬ ਨਾਲ ਚਰਚਾ ਕਰਕੇ ਅਸੀਂ ਪੰਜਾਬ ਸਰਕਾਰ, ਭਗਵੰਤ ਮਾਨ ਜੀ ਸਰਕਾਰ ਦੀ ਵਿਜ਼ਨ ਹੈ ਜਿਹੜੀ ਉਹ ਬੜੀ ਕਲੀਅਰ ਹੈ ਕਿ ਆਮ ਲੋਕ ਨੇ ਜਿਹੜੇ ਆਪਣੇ ਕਿਹਾ ਜਾਂਦਾ ਹੈ ਕਿ ਘਰ ਤਾਂ ਸਾਰੀ ਜ਼ਿੰਦਗੀ 'ਚ ਇੱਕ ਵਾਰੀ ਬੜੀ ਮੁਸ਼ਕਿਲ ਨਾਲ ਬਣਦਾ ਹੈ, ਨਾ ਸਰਕਾਰ ਵੱਲੋਂ, ਨਾ ਕਲੋਨਾਈਜ਼ਰ ਵੱਲੋਂ, ਨਾ ਕਿਸੇ ਦਫ਼ਤਰ ਜਾਂ ਅਧਿਕਾਰੀ ਵੱਲੋਂ ਕਿਸੇ ਤਰੀਕੇ ਦੀ ਦਿੱਕਤ ਨਾ ਰਹੇ ਐਂਡ ਯੂਜ਼ਰ ਨੂੰ। ਤੇ ਜਦੋਂ ਉਹਨਾਂ ਨੂੰ ਨਹੀਂ ਰਹੂਗੀ ਤੇ ਸਾਫ਼ ਸੁਥਰਾ ਕੰਮ ਕਰਨ ਵਾਲੇ ਕਲੋਨਾਈਜ਼ਰ ਨੇ ਜਿਹੜੇ ਇੱਕ ਨੰਬਰ ਦਾ ਕੰਮ ਕਰਨ ਵਾਲੇ ਨੇ, ਆਥੋਰਾਈਜ਼ਡ ਕਲੋਨੀਆਂ ਕੱਟਣ ਵਾਲੇ ਨੇ, ਉਹਨਾਂ ਦੀਆਂ ਮੁਸ਼ਕਲਾਂ ਵੀ ਸਰਕਾਰ ਹੱਲ ਕਰੇਗੀ। ਪਰ ਅਨਆਥੋਰਾਈਜ਼ਡ
ਜਿਹੜਾ ਕੰਮ ਹੁਣ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਉਹਦੇ ਉੱਪਰ ਪੂਰਨ ਤੌਰ ਦੇ ਉੱਪਰ ਪਾਬੰਦੀ ਹੈ ਜਿਹੜਾ ਜਿਨ੍ਹਾਂ ਦੀ ਰਜਿਸਟਰੀਆਂ ਨਹੀਂ ਹੋ ਪਾ ਰਹੀਆਂ ਲਾਲ ਲਕੀਰ ਵਾਲੇ ਜਿਹੜੇ ਮਕਾਨ ਨੇ ਸਰ ਲਾਲ ਲਕੀਰ ਦਾ ਹਾਂਜੀ ਜਿਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਹੋ ਪਾ ਰਹੀਆਂ ਜਾਂ ਐਨਓਸੀ ਨਹੀਂ ਮਿਲ ਪਾ ਰਹੀ ਕਿਦੋਂ ਤੱਕ ਉਮੀਦ ਕਰਨ ਦੀ ਮਸਲਾ ਹੱਲ ਹੋ ਜਾਏਗਾ? ਇਹ ਦੇਖੋ ਜਿਹੜਾ ਡਰਾਫਟ ਹੈ ਉਹ ਥੋੜੇ ਦਿਨਾਂ ਦੇ ਵਿੱਚ ਹੀ 5-7 ਦਿਨਾਂ ਦੇ ਵਿੱਚ ਹੀ ਇਹ ਡਰਾਫਟ ਤਿਆਰ ਹੋ ਜਾਏਗਾ ਔਰ ਸੀਐਮ ਸਾਹਿਬ ਦੇ ਨਾਲ ਫਿਰ ਡਿਸਕਸ ਕਰਕੇ ਇਹਨਾਂ ਦੀ ਜਿਹੜੇ ਕੋਲੋਨਾਈਜ਼ਰਸ ਨੇ ਉਹਨਾਂ ਨਾਲ ਵੀ ਡਿਸਕਸ਼ਨ ਅਸੀਂ ਕਰਕੇ ਦੇਖੋ ਜਿਹੜੇ ਬੰਦੇ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਕੋਲ ਹੀ ਸਭ ਤੋਂ ਵਧੀਆ ਸੋਲੂਸ਼ਨ ਹੁੰਦਾ ਹੈ। ਹਫਤੇ 10 ਦਿਨਾਂ ਦੇ ਵਿੱਚ ਇਹ ਆਈ ਥਿੰਕ ਕਾਫੀ ਕਲੈਰਿਟੀ ਹੈ ਜਿਹੜੀ ਇਹਦੇ ਉੱਪਰ ਅਸੀਂ ਤੁਹਾਨੂੰ ਦੇ ਸਕਾਂਗੇ। ਸਰ ਜਿਹੜੇ ਲਾਲ ਪਹਿਲੇ ਮਕਾਨ ਨੇ ਉਹਨਾਂ ਦੇ ਵਿੱਚ ਵੀ ਕਾਫੀ ਸਮੱਸਿਆਵਾਂ ਨੇ। ਜਿਸ ਤਰੀਕੇ ਨਾਲ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਨੋਇਡਾ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਬਿਲਡਿੰਗਸ ਹੈਗੀਆਂ ਜਿਹੜੀਆਂ ਅਨਪ੍ਰਾਈਜ਼ ਬਣੀਆਂ ਹੋਈਆਂ ਉਹਨਾਂ ਤੇ ਵੀ ਕੋਈ ਇਸ ਤਰੀਕੇ ਦੀ ਕਾਰਵਾਈ ਹੋ ਸਕਦੀ ਜਿਵੇਂ ਦਿੱਲੀ ਦੇ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿਉਂਕਿ ਮੈਂ ਤਾਂ ਖੁਦ ਆਪ ਕਹਿ ਰਿਹਾ ਕਿ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਇੱਕ ਤਰੀਕੇ ਦਾ ਇੱਕ ਲੈਂਡ ਮਾਫੀਆ ਬਣਾ ਕੇ ਜਿਹਨਾਂ ਲੀਡਰਾਂ ਦੇ ਆਪ ਦੇ ਇੰਟਰਸਟ ਪੈਦਾ ਹੋ ਗਏ। ਇਲੀਗਲ ਕੋਲੋਨਾਈਜੇਸ਼ਨ ਹੈ ਜਿਹੜੀ ਉਹ ਇੰਨੀ ਜ਼ਿਆਦਾ ਹੋ ਚੁੱਕੀ ਕਿ ਉਹ ਇੱਕ ਅਰਬਨ ਕੰਕਰੀਟ ਜੰਗਲ ਦੇ ਰੂਪ ਵਿੱਚ ਕਨਵਰਟ ਹੋ ਚੁੱਕਿਆ। ਹੁਣ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਗੱਠਾਂ ਉਹਨਾਂ ਨੇ ਹੱਥ ਨਾਲ ਪਾਈਆਂ ਨੇ ਮੂੰਹ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਖੋਲਣ ਲੱਗੀ ਹੋਈ ਹੈ। ਹੁਣ ਇਹਦੇ ਉੱਪਰ ਕਿਸੇ ਡੈਮੋਲੀਸ਼ਨ ਹੁੰਦੀ ਹੈ ਨਹੀਂ ਹੁੰਦੀ ਹੈਗੀ ਇਹ ਵੀ ਜਿਹੜੇ ਟਵਿਨ ਟਾਵਰਸ ਦੀ ਤੁਸੀਂ ਗੱਲ ਕਰਦੇ ਹੋ ਇਹ ਸੁਪਰੀਮ ਕੋਰਟ ਦੇ ਆਰਡਰਸ ਦੇ ਉੱਪਰ ਹੋਈ ਹੈ। ਜੇ ਕੋਈ ਇਸ ਤਰੀਕੇ ਦੀ ਕੋਈ ਹੈ ਤਾਂ ਦੇਖੋ ਸਰਕਾਰ ਦਾ ਆਪਣਾ ਇੱਕ ਲਿਮਿਟਿਡ ਮੈਂਡੇਟ ਹੁੰਦਾ ਹੈ। ਹੁਣ ਉਹਦੇ ਹਰ ਜਗ੍ਹਾ ਨਾ ਤਾਂ ਸਰਕਾਰ ਅਲਾਓ ਕਰ ਸਕਦੀ ਹੈ ਕਿ ਹਾਂ ਤੁਸੀਂ ਜਿੱਥੇ ਮਰਜ਼ੀ ਕੰਧਾਂ ਕੱਢ ਲਓ ਜਿੱਥੇ ਮਰਜ਼ੀ ਕੰਸਟਰਕਸ਼ਨ ਕਰ ਲਓ ਨਾ ਹੀ ਹਰ ਜਗ੍ਹਾ ਸਰਕਾਰ ਬੁਲਡੋਜ਼ਰ ਲੈ ਕੇ ਪਹੁੰਚ ਸਕਦੀ ਹੈ। ਇਹ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੁੰਦੀ ਹੈ ਸਰਕਾਰ ਦੀ ਵੀ ਲੋਕਾਂ ਦੀ ਵੀ ਕੋਲੋਨਾਈਜ਼ਰਸ ਦੀ ਵੀ ਅਧਿਕਾਰੀਆਂ ਦੀ ਵੀ ਸਾਰੇ ਮੀਡੀਆ ਦੀ ਸਾਰਿਆਂ ਦੀ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੈ ਕਿ ਇਹ ਹੁਣ ਤੱਕ ਜੋ ਮੈਸਅਪ ਸਿਸਟਮ ਕੀਤਾ ਇਹਨਾਂ ਨੇ ਉਹਨੂੰ ਆਪਾਂ ਹੌਲੀ ਹੌਲੀ ਦਰੁਸਤ ਕਰ ਲਈਏ ਸਹੀ ਕਰ ਲਈਏ। ਸੋ ਇਸ ਕਰਕੇ ਸਰਕਾਰ ਉਹਦੇ ਲਈ ਵਚਨਬੱਧ ਹੈ। अमरजीत सर बात करें तो कांग्रेस सरकार के दौरान एक स्टेप उठाया गया था जिसमें इलीगल कॉलोनीज को लीगल करने की बात की गई थी कि बाकायदा इलीगल कॉलोनीज को लीगल करने के लिए स्टेप उठाया था। मेरी हाथ आपको हाथ जोड़ के विनती है कि मेरे कान दो जरूर हैं लेकिन मुंह एक है। सुन लो सवाल दो तरफ से आ रहे हैं मैं जवाब एक ही जैसे तो बताइए। ਅਮਰਜੀਤ ਸਿੰਘ ਸੰਧਵਾ ਦਾ ਨਾਮ ਵਿਜੀਲੈਂਸ ਜਾਂਚ ਦੇ ਵਿੱਚ ਜਿਹੜੀ ਗੱਡੀ ਹੈ ਕਿਹਾ ਜਾ ਰਿਹਾ ਕਿ ਭ੍ਰਸ਼ਟਾਚਾਰ ਦੇ ਪੈਸੇ ਨਾਲ ਜਿਹੜੀ ਖਰੀਦੀ ਗਈ ਆ ਪੇਮੈਂਟ ਵਗੈਰਾ ਤੌਰ ਤੇ ਬੈਂਕ ਖਾਤੇ ਦੇ ਵਿੱਚ ਜਿਹੜੀ ਸਾਹਮਣੇ ਆਈ। ਦੇਖੋ ਇਸ ਤਰ੍ਹਾਂ ਹੈ ਕਿ ਅਮਰਜੀਤ ਸਿੰਘ ਸੰਧਵਾ ਦੀ ਜਿਹੜੀ ਗੱਡੀ ਦੇ ਅੱਜ ਖਬਰ ਮੈਂ ਵੀ ਪੜ੍ਹੀ ਹੈ ਪੇਪਰ ਦੇ ਵਿੱਚ ਉਹ ਇਹਦੇ ਬਾਰੇ ਜੇ ਕੋਈ ਇਸ ਤਰੀਕੇ ਦੇ ਫੈਕਟਸ ਹੈਗੇ ਤੇ ਭਗਵੰਤ ਮਾਨ ਜੀ ਦਾ ਬੜਾ ਸਪਸ਼ਟ ਹੈ ਬੜਾ ਕਲੀਅਰ ਹੈ ਕਿ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ ਹੈ। ਉਹ ਕੋਈ ਚਾਹੇ ਆਪਣਾ ਤੇ ਚਾਹੇ ਬੇਗਾਨਾ ਹੈ। ਪਹਿਲਾਂ ਵੀ ਇਹ ਭਗਵੰਤ ਮਾਨ ਜੀ ਦੀ ਸਰਕਾਰ ਬੜੇ ਲਾਊਡ ਐਂਡ ਕਲੀਅਰ ਤਰੀਕੇ ਦੇ ਨਾਲ ਤੇ ਐਕਸ਼ਨ ਦੇ ਨਾਲ ਇਹ ਕਲੀਅਰ ਕਰ ਚੁੱਕੀ ਹੈ। ਜੇ ਇਸ ਤਰੀਕੇ ਦੀ ਕੋਈ ਗੱਲ ਹੋਊਗੀ ਤਾਂ ਕੋਈ ਲਿਹਾਜ਼ ਨਹੀਂ ਹੋਊਗਾ। ਅਮਰਜੀਤ ਸੰਧਵਾ ਜਾਂ ਕੋਈ ਵੀ ਵਿਅਕਤੀ ਆਪਦਾ ਪੱਖ ਉਹਦੇ 'ਚ ਰੱਖ ਸਕਦਾ ਪਰ ਜੇ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਜੇ ਮੈਨੂੰ ਨਹੀਂ ਪਤਾ ਕਿ ਸਹੀ ਹੈ ਕਿ ਗਲਤ ਹੈ ਮੈਂ ਕੋਈ ਇਨਵੈਸਟੀਗੇਟਿੰਗ ਆਫੀਸਰ ਥੋੜ੍ਹਾ ਹੀ ਹਾਂ ਪਰ ਜੇ ਇਹ ਸਹੀ ਹੈ ਮੈਂ ਤੁਹਾਡੀ ਗੱਲ ਵੱਡੀ ਕਰਦਾ ਤੇ ਅਮਰਜੀਤ ਸੰਧਵਾ ਜੀ ਉਸ ਸਮੇਂ ਦੀ ਗੱਲ ਹੈ 2019 ਔਰ 20 ਦੇ ਵਿੱਚ ਜਦੋਂ ਅਮਰਜੀਤ ਸੰਧਵਾ ਜੀ ਕਾਂਗਰਸ ਦੇ ਵਿੱਚ ਗਏ ਹੋਏ ਸੀਗੇ। ਸੋ ਕਾਂਗਰਸੀਆਂ ਦੇ ਇੰਨਾ ਕੁ ਇੰਪੈਕਟ ਅਸਰ ਤਾਂ ਉਹਨਾਂ ਤੇ ਆਈ ਜਾਣਾ ਸੀਗਾ। ਸੋ ਇਸ ਕਰਕੇ ਮੈਨੂੰ ਨਹੀਂ ਪਤਾ ਸਹੀ ਹੈ ਕਿ ਗਲਤ ਹੈ। ਇਹ ਕਾਂਗਰਸ ਦੇ ਕਲਚਰ ਦੀ ਦੇਣ ਹੈ ਵੀ ਇੱਕ ਚੰਗੇ ਭਲੇ ਬੰਦੇ ਨੂੰ ਇੱਕ ਸਾਫ਼ ਸੁਥਰੇ ਬੰਦੇ ਨੂੰ ਵੀ ਗਲਤ ਰਾਹ ਤੇ ਚਾੜ ਦਿੰਦੀ ਹੈ। ਅਰੋੜਾ ਸਾਹਿਬ ਹੁਣ ਮੇਰੇ ਸਾਥੀ ਨੇ ਸਵਾਲ ਪੁੱਛਿਆ ਸੀਗਾ ਵੀ ਬਹੁਤ ਸਾਰੇ ਲੋਕਾਂ ਨੇ ਉਸ ਟਾਈਮ ਜਗ੍ਹਾ ਲੈ ਲਈ ਹੈ ਪਲਾਟ ਲੈ ਲਏ ਹੁਣ ਐਨਓਸੀ ਰੁਕੀਆਂ ਹੋਈਆਂ ਰਜਿਸਟਰੀਆਂ ਰੁਕੀਆਂ ਹੋਈਆਂ ਨੇ ਉਹਨਾਂ ਦਾ ਕੀ ਹੋਏਗਾ ਕਿ ਉਹਨਾਂ ਤੋਂ ਫਿਰ ਤੁਸੀਂ ਖਾਲੀ ਕਰਾਓਗੇ ਉਹਨਾਂ ਦਾ ਕੀ ਦੋਸ਼ ਹੈ? ਦੇਖੋ ਇਸ ਤਰ੍ਹਾਂ ਹੈ ਉਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਪਰ ਜਿਹੜੇ ਲੋਕਾਂ ਨੇ ਗਲਤ ਕੰਸਟਰਕਸ਼ਨਾਂ ਕੀਤੀਆਂ ਨੇ ਇਲੀਗਲ ਕਾਲੋਨੀਜ਼ ਕੱਟੀਆਂ ਨੇ ਚਾਹੇ ਉਹ 'ਚ ਕੋਈ ਬਿਲਡਰ ਇਨਵੋਲਡ ਹੈ ਚਾਹੇ ਉਹ 'ਚ ਕੋਈ ਅਫਸਰ ਇਨਵੋਲਡ ਹੈ ਚਾਹੇ ਉਹ 'ਚ ਕੋਈ ਪੋਲੀਟੀਕਲ ਬੰਦਾ ਇਨਵੋਲਡ ਹੈ ਆਫਟਰ ਆਲ ਕਿਸੇ ਨਾ ਕਿਸੇ ਦੀ ਅਕਾਊਂਟੇਬਿਲਿਟੀ ਤਾਂ ਬਣਦੀ ਹੈ ਨਾ ਜੀ। ਕਿਸੇ ਨਾ ਕਿਸੇ ਦੀ ਅਕਾਊਂਟੇਬਿਲਿਟੀ ਤਾਂ ਫਿਕਸ ਕਰਨੀ ਪਊਗੀ। ਖਾਲੀ ਕਰਾਵਾਂਗੇ ਨਹੀਂ ਕਰਾਵਾਂਗੇ ਦੇਖੋ ਇਹ ਚੀਜ਼ਾਂ ਇੰਪ੍ਰੈਕਟੀਕਲ ਹੁੰਦੀਆਂ ਨੇ ਇਹ ਚੀਜ਼ਾਂ ਹਾਈਪੋਥੈਟੀਕਲ ਹੁੰਦੀਆਂ ਨੇ। ਮੈਂ ਤਾਂ ਇਹ ਕਹਿਣਾ ਵੀ ਇੱਕ ਸਿਸਟਮ ਜਿਹੜਾ ਗੰਧਲਾ ਹੋ ਚੁੱਕਿਆ ਉਹਨੂੰ ਹੀ ਦਰੁਸਤ ਕਰ ਲਈ ਇਹੀ ਬਹੁਤ ਵੱਡੀ ਗੱਲ ਹੋਊਗੀ। ਲੀਡਰਾਂ ਦੇ ਖਿਲਾਫ ਕਾਰਵਾਈ ਬਹੁਤ ਜੱਦੀ ਪੁਸ਼ਤੀ ਮਕਾਨ ਆ ਨਾ ਲੋਕਾਂ ਦੇ ਜੱਦੀ ਪੁਸ਼ਤੀ ਮਕਾਨ ਨੇ ਜਿਹੜੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਲਾਲ ਲਕੀਰ ਦੇ ਅੰਦਰ ਨੇ ਉਹਨਾਂ ਦੀਆਂ ਵੀ ਜਿਹੜੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਨੇ ਉਸ ਦੇ ਮੈਡਮ ਸਮਝੋ ਗੱਲ ਨੂੰ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਰਜਿਸਟਰੀਆਂ ਨੇ ਜਿਹੜੀਆਂ ਇਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਨਹੀਂ ਰੋਕੀਆਂ। ਇਹ ਕੋਰਟ ਦੇ ਵਿੱਚ ਇੱਕ ਕੇਸ ਹੋਇਆ
ਜਿਹਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਪਾਪਰਾ ਐਕਟ 1995 ਦਾ ਬਣਾ ਰੱਖਿਆ ਹੈ, ਦੂਸਰੇ ਪਾਸੇ ਤੁਸੀਂ ਹਰ 2 ਸਾਲ 3 ਸਾਲ ਬਾਅਦ ਜਦੋਂ ਨੋਟਾਂ ਦੀ ਤੇ ਵੋਟਾਂ ਦੀ ਪੁਰਾਣੇ ਸਮੇਂ ਦੀਆਂ ਸਰਕਾਰਾਂ ਨੂੰ ਤੇ ਲੀਡਰਾਂ ਨੂੰ ਲੋੜ ਹੁੰਦੀ ਸੀਗੀ, ਉਦੋਂ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੇ ਸੀਗੇ ਤੇ ਜਿੰਨੀਆਂ ਇਲੀਗਲ ਕੰਸਟਰਕਸ਼ਨਾਂ ਹੁੰਦੀਆਂ ਸੀਗੀਆਂ ਉਹ ਸਾਰਿਆਂ ਨੂੰ ਤੁਸੀਂ ਰੈਗੂਲਰਾਈਜ਼ ਕਰ ਦਿੰਦੇ ਸੀਗੇ। ਕੋਰਟ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਕਾਨੂੰਨ ਬਣਾ ਰੱਖਿਆ ਤੇ ਦੂਜੇ ਪਾਸੇ ਤੁਸੀਂ ਰੈਗੂਲਰਾਈਜੇਸ਼ਨ ਦੇ ਨਾਂ ਤੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹੋ। ਉਸ ਚੱਕਰ ਦੇ ਵਿੱਚ ਪੰਜਾਬ ਸਰਕਾਰ ਦੇ 2 ਜਿਹੜੇ ਪ੍ਰਿੰਸੀਪਲ ਸੈਕਟਰੀ ਸਾਹਿਬਾਨ ਨੇ ਉਹਨਾਂ ਨੂੰ ਐਫੀਡੇਵਿਟ ਦੇਣਾ ਪਿਆ ਕਿ ਅਸੀਂ ਇਹ ਇਲੀਗਲ ਕੰਸਟਰਕਸ਼ਨ ਨਹੀਂ ਅਲਾਉ ਕਰਾਂਗੇ, ਜਿਹਦੀ ਵਜ੍ਹਾ ਕਰਕੇ ਕੰਮ ਰੁਕਿਆ ਪਿਆ। ਹੁਣ ਉਹ ਜਿਹੜਾ ਰੁਕ ਗਿਆ, ਜਿਹੜੀ ਗੱਠ ਪੈ ਗਈ, ਉਹਨੂੰ ਖੋਲ੍ਹਣ ਦੇ ਵਿੱਚ ਸਰਕਾਰ ਪੂਰਾ ਸਵੇਰ ਤੋਂ ਸ਼ਾਮ ਤੱਕ ਲੱਗੀ ਹੋਈ ਹੈ। ਅਸੀਂ ਮੱਥਾ ਪਿੱਛੇ ਜਿਹੜੀ ਕਰ ਰਹੇ ਹਾਂ, ਹਰੇਕ ਸਟੇਕ ਹੋਲਡਰ ਦੇ ਨਾਲ ਗੱਲਬਾਤ ਕਰ ਰਹੇ ਹਾਂ, ਉਹ ਗੱਠ ਨੂੰ ਖੋਲ੍ਹਣ ਦੇ ਵਿੱਚ ਥੋੜਾ ਸਮਾਂ ਲੱਗੂਗਾ। ਠੀਕ ਹੈ ਸਰ, ਤੁਹਾਡੀ ਇਮਤਿਆਜ਼ ਅਲੀ ਦੇ ਨਾਲ ਮੁਲਾਕਾਤ ਹੋਈ ਹੈ, ਕਿਸ ਬਾਰੇ ਹੋਈ ਤੇ ਕੀ ਕੁਝ ਹੈ? ਦੇਖੋ ਇਸ ਤਰ੍ਹਾਂ ਹੈ ਕਿ ਇਮਤਿਆਜ਼ ਅਲੀ ਜੀ ਉਹਨਾਂ ਦਾ ਆਪਣੇ ਫੀਲਡ ਦੇ ਵਿੱਚ, ਬਾਲੀਵੁੱਡ ਦੇ ਵਿੱਚ, ਫਿਲਮ ਇੰਡਸਟਰੀ ਦੇ ਵਿੱਚ ਐਜ਼ ਏ ਰਾਈਟਰ, ਐਜ਼ ਏ ਡਾਇਰੈਕਟਰ ਉਹਨਾਂ ਦਾ ਬਹੁਤ ਵੱਡਾ ਨਾਮ ਹੈ। ਉਹਨਾਂ ਨੇ ਬੜੀਆਂ ਕਾਮਯਾਬ ਫਿਲਮਾਂ ਨੇ ਜਿਹੜੀਆਂ ਉਹ ਦਿੱਤੀਆਂ ਨੇ। ਉਹਨਾਂ ਦੇ ਨਾਲ ਉਹ ਵੈਸੇ ਕਾਲ ਔਨ ਕਰਨ ਦੇ ਲਈ ਆਏ ਸੀਗੇ ਔਰ ਉਹਨਾਂ ਦੇ ਨਾਲ ਡਿਸਕਸ਼ਨ ਕਿ ਕਿਵੇਂ ਪੰਜਾਬ ਜਿਹੜਾ ਕਿ ਕਲਚਰਲੀ ਬਹੁਤ ਮਜ਼ਬੂਤ ਔਰ ਵਧੀਆ ਸੂਬਾ ਹੈ, ਜਿੱਥੋਂ ਦੇ ਕਲਚਰ ਦੇ ਵਿੱਚ ਬੜੀ ਵਾਈਬ੍ਰੈਂਸੀ ਹੈ, ਕਿਸ ਤਰੀਕੇ ਦੇ ਨਾਲ ਜਿਹੜਾ ਇੰਡਸਟਰੀ ਦਾ, ਫਿਲਮ ਇੰਡਸਟਰੀ ਦਾ ਔਰ ਕਲਚਰ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕਰਿਆ ਜਾਵੇ ਪੰਜਾਬ ਦੇ ਵਿੱਚ, ਜਿਹਦੇ ਨਾਲ ਅੱਜ ਪੰਜਾਬੀ ਗਾਣੇ ਨੇ ਜਿਹੜਾ ਬਣਦੇ ਇੱਥੇ ਨੇ ਪਰ ਉਹ ਤੁਸੀਂ ਦੁਨੀਆ ਭਰ ਦੇ ਕਲੱਬਾਂ ਦੇ ਵਿੱਚ ਉਹ ਗੂੰਜਦੇ ਨੇ। ਸੋ ਇਸ ਕਰਕੇ ਇਸ ਚੀਜ਼ ਨੂੰ, ਕਿਉਂਕਿ ਭਗਵੰਤ ਮਾਨ ਜੀ ਖੁਦ ਆਪ ਕਲਚਰ ਨੂੰ ਬਹੁਤ ਜ਼ਿਆਦਾ ਪਿਆਰ ਔਰ ਪ੍ਰਮੋਟ ਕਰਦੇ ਨੇ, ਉਹਨਾਂ ਦਾ ਖੁਦ ਦਾ ਬੈਕਗ੍ਰਾਉਂਡ ਹੈ ਜਿਹੜਾ ਉਹ ਕਣ ਹੈ ਜਿਹੜਾ ਉਹ ਕਲਚਰ ਦੇ ਨਾਲ ਜੁੜਿਆ ਹੋਇਆ। ਸੋ ਇਸ ਕਰਕੇ ਉਹਨੂੰ ਕਿਵੇਂ ਪ੍ਰਮੋਟ ਕੀਤਾ ਜਾ ਸਕਦਾ ਪੰਜਾਬ ਨੂੰ, ਜਿਹਦੇ 'ਚ ਐਮਪਲੋਇਮੈਂਟ ਜਨਰੇਸ਼ਨ ਵੀ ਹੋਣੀ ਹੈ, ਰੈਵਨਿਊ ਜਨਰੇਸ਼ਨ ਵੀ ਹੋਣਾ ਹੈ, ਉਹਦੇ ਬਾਰੇ ਡਿਸਕਸ਼ਨ ਜਿਹੜੀਆਂ ਹੋਈਆਂ ਨੇ ਤੇ ਆਉਣ ਵਾਲੇ ਸਮੇਂ 'ਚ ਹੋਰ ਡਿਸਕਸ਼ਨ ਜਿਹੜੀਆਂ ਉਹ ਸੀਐਮ ਸਾਹਿਬ ਦੇ ਨਾਲ ਵੀ ਹੋਣਗੀਆਂ। ਪੰਜਾਬ ਦਾ ਖੇਡ ਮੇਲਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਔਰ ਗੱਲ ਹੋਈ ਸੀਗੀ ਕਿ ਵਿਧਾਇਕ ਨੇ ਜਿਹੜੇ ਉਹ ਵੀ ਹਿੱਸਾ ਲੈ ਸਕਦੇ ਨੇ, ਤੁਸੀਂ ਕਿਹੜੇ ਖੇਡ 'ਚ ਨਜ਼ਰ ਆਉਣ ਵਾਲੇ? ਜਿੱਥੇ ਖੇਡਣ ਨੂੰ ਕਿਹਾ ਜਾਊਗਾ ਉੱਥੇ ਹੀ ਖੇਡ ਲਾਂਗੇ। ਪੰਜਾਬ ਦੇ ਕੈਬਨਿਟ ਮਿਨਿਸਟਰ ਅਮਨ ਅਰੋੜਾ ਪੰਜਾਬ ਦੇ ਵਿੱਚ ਅਵੈਧ ਕਲੋਨੀਆਂ ਕਰਕੇ ਜਿਹੜੇ ਕੰਕਰੀਟ ਜੰਗਲ ਬਣੇ ਨੇ ਉਸ ਨੂੰ ਲੈ ਕੇ ਕਾਫੀ ਚਿੰਤਤ ਵਿਖਾਈ ਦਿੱਤੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰੇ ਜਿਹੜੇ ਜੰਗਲ ਹੈਗੇ ਨੇ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਨਿਪਟਾਰਾ ਕਰਾ ਕੇ ਤੇ ਕਲੋਨੀਆਂ ਨੇ ਜਿਹੜੀਆਂ ਦੁਬਾਰਾ ਤੋਂ ਪਾਲਿਸੀ ਦੇ ਤਹਿਤ ਬਣਾਈਆਂ ਜਾਣਗੀਆਂ। ਵੀਡੀਓ ਜਰਨਲਿਸਟ ਅਨਿਲ ਦੇ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।